ਵੱਲੋਂ ਉਹਨਾਂ ਟਰੈਕਟਰ ਵਾਲੇ ਵੀਰਾਂ ਦਾ ਸਾਰਾ ਖਰਚਾ ਜਾਂ ਗੱਡੀ ਦਾ ਖਰਚੇ ਦਾ ਸਾਰਾ ਡੀਜ਼ਲ ਖਰਚਾ ਦਿੱਤਾ ਜਾ ਰਿਹਾ। ਇਹ ਸੇਵਾ ਫਗਵਾੜਾ ਤੋਂ ਸ਼ੁਰੂ ਹੋ ਚੁੱਕੀ ਹੈ। ਲਗਭਗ 30 ਲੱਖ ਦਾ ਬਜਟ ਰੱਖਿਆ ਉਹਨਾਂ ਨੇ, ਲਗਭਗ 30 ਲੱਖ ਦਾ ਬਜਟ ਹੈ ਕਿ 30 ਲੱਖ ਦੀ ਸੇਵਾ ਕੀਤੀ ਜਾਊਗੀ। ਅਜਿਹੀਆਂ ਜਥੇਬੰਦੀਆਂ ਦਾ ਆਪਾਂ ਧੰਨਵਾਦ ਕਰੀਏ। ਸਮੂਹ ਜਿਹੜੇ ਸੁਣਨ ਵਾਲੇ ਨੇ ਰੇਡੀਓ ਪੰਜਾਬ ਰੇਡੀਓ ਲੀਡਰ, ਇਹਨਾਂ ਦੀ ਚੜ੍ਹਦੀ ਕਲਾ ਦਾ ਜਕਾਰਾ ਚੱਲੀਏ। ਬੋਲੇ ਸੋ ਨਿਹਾਲ। ਦੁਨੀਆ ਭਰ ਦੇ ਵਿੱਚ ਵਸਦਾ ਪੰਜਾਬੀ, ਚਾਹੇ ਕਿਸੇ ਦੇਸ਼ 'ਚ ਵਸਦਾ, ਚਾਹੇ ਉਹ ਖੇਤੀ ਕਰਦਾ ਜਾਂ ਨਹੀਂ ਕਰਦਾ, ਹਰੇਕ ਦੀ ਹਮਦਰਦੀ ਇਸ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੈ। ਲਗਾਤਾਰ ਸੇਵਾ ਦੇ ਵਿੱਚ ਵੱਡਾ ਯੋਗਦਾਨ ਸਾਰੇ ਪਾ ਰਹੇ ਆ। ਹੀਰਾ ਸਿੰਘ ਪਿੰਡ ਫਗਲਾਣਾ, ਜ਼ਿਲ੍ਹਾ ਸੰਗਰੂਰ ਦੇ ਨੇੜੇ ਭਵਾਨੀਗੜ੍ਹ, ਇਹ ਪਿੱਛੇ ਬੈਠੇ ਨੇ ਮੇਰੇ ਵੀਰ, ਇਹਨਾਂ ਦੇ ਸਾਥੀ, ਇਹਨਾਂ ਨੂੰ ਮਿਲ ਲੈਣ। ਸਰਦਾਰ ਬਾਬੂ ਸਿੰਘ ਮਾਨ ਪੰਜਾਬੀ ਗੀਤਕਾਰੀ ਦਾ ਇੱਕ ਮਹਾਨ ਥੰਮ, ਉਹ ਵੀ ਨਾਲ ਆਏ ਨੇ। ਮਾਨ ਸਾਹਿਬ ਦੇ ਉਹਨਾਂ ਦਾ ਨਾਮ ਹੈ ਪਹਿਲਾਂ ਲੈਣਾ ਭੁੱਲ ਗਿਆ। ਜੇ ਬਾਬੂ ਸਿੰਘ ਮਾਨ ਜੀ ਨਾਲ ਆਏ, ਉਹਨਾਂ ਨੂੰ ਵੀ ਬੇਨਤੀ ਹੈ ਕਿ ਮਾਨ ਸਾਹਿਬ ਦੇ ਨਾਲ ਮੰਚ ਤੇ ਆ ਜਾਣ। ਗਲਤੀ ਦੀ ਮਾਫੀ ਚਾਹੁੰਦੇ ਆ। ਸਰਦਾਰ ਬਾਬੂ ਸਿੰਘ ਜੀ ਮਾਨ, ਉਹਨਾਂ ਦਾ ਬੇਟਾ ਆਇਆ ਜੀ। ਬਾਬੂ ਸਿੰਘ ਮਾਨ ਆਪ ਨਹੀਂ ਆਏ, ਕਹਿੰਦੇ ਉਹਨਾਂ ਦਾ ਬੇਟਾ ਆਇਆ। ਉਹਨਾਂ ਦੀ ਵੱਡੀ ਦੇਣ ਆ ਪੰਜਾਬੀ ਗੀਤਕਾਰੀ ਨੂੰ। ਉਹਨਾਂ ਨੂੰ ਵੀ ਸਾਡੇ ਵੀਰ ਨੂੰ ਬੇਨਤੀ ਹੈ ਕਿ ਮੰਚ ਦੇ ਉੱਤੇ ਨਾਲ ਆ ਜਾਣ ਮਾਨ ਸਾਹਿਬ ਦੇ। ਹੁਣ ਬੇਨਤੀ ਕਰਾਂਗੇ ਪੰਜਾਬੀ ਮਾਂ ਬੋਲੀ ਦੇ ਲਾਡਲੇ ਗਾਇਕ ਹਰਭਜਨ ਮਾਨ ਜੀ, ਉਹ ਕੁਝ ਪਲਾਂ ਲਈ ਮੰਚ ਤੇ ਆਉਣ ਤੇ ਪਹੁੰਚੇ ਹੋਏ ਕਿਸਾਨ ਵੀਰਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਹਰਭਜਨ ਮਾਨ ਜੀ। मेरे बहुत ही सत्कारयोग पिता समान बुजुर्ग, मेरिया मातावां भैणां, छोटे बच्चे, मेरे हम उम्र वीर, सब तो पहला गज के फतेह बुलाइए। वाहिगुरु जी का खालसा, वाहिगुरु जी की फतेह। ਅਸੀਂ ਕੋਈ 2 ਕਿਲੋਮੀਟਰ ਪਿੱਛੇ ਗੱਡੀ ਰੋਕੀ ਤੇ ਜੋ ਨਜ਼ਾਰਾ ਤੁਹਾਡਾ, ਜੋ ਜਜ਼ਬਾ, ਜੋ ਮਾਹੌਲ ਦੇਖਦੇ ਆਏ ਆ, ਉਹ ਅਕਲਾਂ ਤੋਂ, ਸਮਝਾਂ ਤੋਂ ਉੱਪਰ। ਜਦੋਂ ਅਸੀਂ ਕੋਈ ਗੁਰੂ ਦੀ ਬਖਸ਼ਿਸ਼ ਦੀ ਗੱਲ ਕਰਦੇ ਆ ਤੇ ਉਹ ਬਖਸ਼ਿਸ਼ ਕਿਸੇ ਨੇ ਦੇਖਣੀ ਹੋਵੇ ਤਾਂ ਉਹ ਫਿਰ ਇੱਥੇ ਆ ਕੇ ਇੱਕ ਵਾਰੀ ਗੇੜਾ ਦੇਵੇ। ਮੈਂ ਕੋਈ ਲੀਡਰ ਨਹੀਂ, ਕੋਈ ਸਪੀਚ ਨਾ ਕਰਨੀ ਆਉਂਦੀ ਆ। ਮੈਨੂੰ ਇੰਨਾ ਫਖਰ ਹੈ ਜ਼ਰੂਰ ਕਿ ਮੈਂ ਪਿਛਲੇ 28-30 ਸਾਲਾਂ ਤੋਂ ਤੁਹਾਡਾ ਬੀਬਾ ਪੁੱਤ ਬਣ ਕੇ ਜੋ ਵੀ ਪੰਜਾਬੀ ਜ਼ੁਬਾਨ, ਗਾਇਕੀ ਜਾਂ ਫਿਲਮਾਂ ਦੇ ਜ਼ਰੀਏ ਕੋਈ ਥੋੜਾ ਬਹੁਤਾ ਮੈਂ ਕੰਮ ਕਰ ਸਕਿਆ। ਇਹ ਸੋਚ ਕੇ ਕਿ ਇਹ ਮੇਰੇ ਗੀਤ, ਇਹ ਮੇਰੀਆਂ ਫਿਲਮਾਂ, ਆ ਸਾਹਮਣੇ ਬੈਠੇ ਜਿਹੜੇ ਬਜ਼ੁਰਗ ਨੌਜਵਾਨ ਵੀਰ, ਮੇਰੀਆਂ ਭੈਣਾਂ, ਮਾਵਾਂ, ਉਹਨਾਂ ਨੇ ਦੇਖਣੇ, ਸੁਣਨੇ ਆ। ਇਸ ਜ਼ਿੰਮੇਵਾਰੀ ਨਾਲ ਮੈਂ ਕੰਮ ਕੀਤਾ। ਜੋ ਅਸੀਂ ਬਣੇ ਆ, ਜਦ ਤੁਸੀਂ ਕਹਿੰਦੇ ਹੋ ਫਲਾਣਾ ਕਲਾਕਾਰ ਫਿਲਮ ਵਾਲਾ ਆ ਗਿਆ, ਉਹਨਾਂ ਨੂੰ ਬਣਾਉਣ ਵਾਲੇ ਤੁਸੀਂ ਹੋ। ਤੁਹਾਡੇ ਘਰੋਂ, ਤੁਹਾਡੀਆਂ ਖੁਸ਼ੀਆਂ ਵਿੱਚ ਅਸੀਂ ਖਾੜੇ ਲਾਏ, ਸਾਡੀਆਂ ਕੋਠੀਆਂ, ਸਾਡੇ ਮਹਿਲ ਖੜੇ ਹੋਏ। ਤੇ ਅੱਜ ਜਦ ਤੁਹਾਡੇ ਤੇ ਦੁੱਖ ਦੀ ਘੜੀ ਆ ਤੇ ਸਾਡਾ ਤੁਹਾਡੇ ਨਾਲ ਤੁਰਨਾ, ਤੁਹਾਡੀ ਆਵਾਜ਼ ਬਣਨਾ, ਉਹ ਆਵਾਜ਼ ਨੂੰ ਹੋਰ ਬੁਲੰਦ ਕਰਨਾ, ਇਹ ਸਾਡੀ ਡਿਊਟੀ ਆ। ਇਹ ਡਿਊਟੀ ਆ, ਇਹ ਕੋਈ ਅਹਿਸਾਨ ਨਹੀਂ। ਮੈਂ 25 ਸਤੰਬਰ ਜਿੱਦਣ ਨਾਭੇ ਪਹਿਲਾ ਵੱਡਾ ਇਕੱਠ ਪੰਜਾਬ ਬੰਦ ਕਾਲ ਹੋਇਆ ਸੀ, ਉਸੇ ਦਿਨ ਤੋਂ 8-10 ਵਾਰ, 12 ਵਾਰ ਜਿੱਥੇ ਵੀ ਜਾ ਸਕਿਆ ਮੈਂ, ਉਸੇ ਦਿਨ ਤੋਂ ਪੰਜਾਬੀ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ, ਅਸੀਂ ਉਹਨਾਂ ਦੇ ਪਿੱਛੇ ਆ। ਤੇ ਜਿੰਨਾ ਕਿ ਅਸੀਂ ਇੱਕ ਕਲਾਕਾਰ ਦੇ ਤੌਰ ਤੇ, ਜਿਵੇਂ ਬਾਕੀ ਸਾਰੇ ਅਲੱਗ-ਅਲੱਗ ਕਿੱਤਿਆਂ ਵਾਲੇ ਲੋਕ ਕਿਸਾਨਾਂ ਮਗਰ ਤੁਰ ਕੇ ਥੋੜਾ ਬਹੁਤਾ ਆਪਦਾ ਯੋਗਦਾਨ ਪਾ ਰਹੇ, ਉਹ ਅਸੀਂ ਪਾ ਰਹੇ। ਦੁਨੀਆ ਦੇ ਅੱਜ ਮੀਡੀਆ ਦੇ ਵਿੱਚ, ਦੁਨੀਆ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਕਿ
ਇੰਨੇ ਸ਼ਾਂਤਮਈ ਤਰੀਕੇ ਦੇ ਨਾਲ ਪਿੱਛੇ ਜੇ ਬਲੈਕ ਲਾਈਵਜ਼ ਮੈਟਰ ਅਮਰੀਕਾ ਦੇ ਵਿੱਚ ਬਹੁਤ ਵੱਡਾ ਅੰਦੋਲਨ ਹੋਇਆ, ਜਿਹੜਾ ਕਾਲੇ ਲੋਕਾਂ ਦੇ ਨਾਲ ਉੱਥੇ ਜਿਹੜੀਆਂ ਜ਼ਿਆਦਤੀਆਂ ਕੀਤੀਆਂ ਜਾਂਦੀਆਂ, ਪਰ ਉਹਦੀਆਂ ਵੀ ਦੂਜੇ ਚੌਥੇ ਦਿਨ ਦੁਕਾਨਾਂ ਭਰਦਿਆਂ ਨੂੰ ਲੁੱਟਾਂ ਖੋਹਾਂ ਹੁੰਦੀਆਂ ਉਹ ਮੀਡੀਆ ਦੇ ਵਿੱਚ ਨਜ਼ਰ ਆਉਣ ਲੱਗ ਗਈਆਂ ਸੀ। ਉਸ ਦੇ ਉਲਟ ਤੁਹਾਡੇ ਤੇ ਪਾਣੀ ਦੀਆਂ ਪਛਾੜਾਂ ਡਾਂਗਾਂ ਪਈਆਂ, ਸਾਡੇ 80 ਸਾਲਾਂ ਦੇ ਬਜ਼ੁਰਗਾਂ ਨੇ ਉਹ ਝੱਲੀਆਂ ਤੇ ਘੰਟੇ ਬਾਅਦ ਉਹਨਾਂ ਨੂੰ ਲੰਗਰ ਛਕਾ ਰਹੇ, ਉਹਨਾਂ ਨੂੰ ਪਾਣੀ ਵਰਤਾ ਰਹੇ। ਮੇਰੀ ਉਹ ਤੁਹਾਨੂੰ ਨੌਜਵਾਨ, ਤੁਹਾਨੂੰ ਮਾਮਾ, ਉਹ ਕੁੱਖਾਂ ਨੇ ਜਿਨ੍ਹਾਂ ਉਹ ਨੌਜਵਾਨਾਂ ਨੂੰ ਜੰਮਿਆ, ਇੱਥੇ ਆ ਕੇ ਹੀਰੋ ਬਣ ਕੇ ਅਸੀਂ ਸਾਰੇ ਫੋਟੋ ਖਿਚਾ ਕੇ ਤੁਰ ਜਾਂਦੇ ਆ। ਜਿਹੜੇ 25 ਤੇ 26 ਨੂੰ ਪਹਿਲਾਂ ਤੂਫਾਨਾਂ ਦੇ ਮੂੰਹ ਮੋੜੇ ਜਿਨ੍ਹਾਂ ਨੇ, ਉਹਨਾਂ ਦੇ ਸ਼ਾਇਦ ਅਸੀਂ ਕਿਸੇ ਨੇ ਚਿਹਰੇ ਹੀ ਨਹੀਂ ਦੇਖਣੇ ਕਦੇ। तो मेरी इन्नी को गुजारिश है, दुनिया दा मैं पढ़दा लिखदा विचारदा जदों इको गल कि साडा इस संघर्ष पीसफुल है, शांतमई है, ते असीं अपनियां शांतमई तरीके दे नाल मंगां मंगवाउणियां मनाउणियां। ਇਹ नौजवान ਵੀਰਾਂ ਨੂੰ मेरी हथ जोड़ के उन्हां दे पैरां ते चरनां ते हथ जोड़ के ਇਹ मेरी रिक्वेस्ट है, ਤੁਸੀਂ बहुत संतोख दे नाल बड़े पंजाब दे साऊ लाडले पुत, आग्याकारी पुत बन के आपकी जिम्मेवारी निभा रहे हो। किसी एक जगह तो 2-4 किलोमीटर 5 किलोमीटर चले जाओ, किते कोई 1% भी शिकायत तुहाडे प्रति कोई कर नहीं सकता, पर उसके बावजूद तुसी छोटे वीर हो, तुहानू समझाउणा कहना बार बार बोलना साडा फर्ज बनता। बड़ा भाई चाचा ताया बापू ਉਹ ਘੂਰਦੇ ਹੀ ਰਹਿੰਦੇ ਹੁੰਦੇ ਆ, ਜਵਾਕ ਚ ਹਮੇਸ਼ਾ ਜਵਾਕ ਗਲਤ ਨਹੀਂ ਹੁੰਦਾ, ਪਰ ਉਹ ਘੂਰਦੇ ਰਹਿੰਦੇ ਕਿ ਕਿਤੇ ਬਾਈ ਚਾਂਸ ਕੋਈ ਗਲਤ ਸਟੈਪ ਚੁੱਕਣਾ। ਸੋ ਮੇਰੀ ਇਹ ਗੁਜ਼ਾਰਿਸ਼ ਹੈ, ਮਾਲਕ ਕਰੇ ਪ੍ਰਮਾਤਮਾ, ਇਹ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਇਹ ਮੋਰਚਾ ਫਤਿਹ ਕਰਕੇ ਸੁਖੀ ਸੰਦੀ ਸਾਰੇ ਆਪਦੇ ਘਰਾਂ ਦੇ ਵਿੱਚ ਵਾਪਸ ਜਾਓ। ਗੁਰੂ ਮਹਾਰਾਜ ਜ਼ਰੂਰ ਮਿਹਰ ਕਰੂ। ਇੰਨੀ ਸੰਗਤ ਦੀ ਇਹ ਮਿਹਨਤ, ਇਹ ਅਰਦਾਸ ਕਦੇ ਵਿਅਰਥੀ ਨਹੀਂ ਜਾ ਸਕਦੀ। ਮੈਂ ਇੱਕ ਵਾਰ ਫਿਰ ਸਮੂਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਇੱਕ ਲੰਮਾ ਇਤਿਹਾਸ ਹੈ, ਉਂਗਲਾਂ ਚੁੱਕਣੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ, ਗੱਲਾਂ ਕਰਨ ਸੁਖਾਲੀਆਂ ਪਰ ਕਠਨ ਪਾਲਣੇ ਬੋਲ, ਬਾਪੂ ਜੀ ਪਾਰਸ ਨੇ ਕਦੇ ਲਿਖਿਆ ਸੀ। ਸੋ ਉਹਨਾਂ ਦੀ ਅਸੀਂ ਅਗਵਾਈ ਵਿੱਚ ਜਦ ਇਹ ਬਿੱਲਾਂ ਬਾਰੇ ਕੋਈ ਜਾਣਦਾ ਵੀ ਨਹੀਂ ਸੀ, ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਰਿਹਾ, ਕੀ ਸਰਕਾਰ ਕਰਨ ਜਾ ਰਹੀ ਹੈ, ਉਦੋਂ ਤੋਂ ਉਹ ਲੱਗੇ ਹੋਏ ਆ, ਉਹਨਾਂ ਪਿੱਛੇ ਤੁਰੀਏ। ਔਰ ਤੁਹਾਡਾ ਜਿਹੜਾ ਇਹ ਵੱਡਾ ਇਕੱਠ ਤੇ ਇਸ ਵੇਲੇ ਪੂਰਾ ਦੁਨੀਆ ਭਰ ਦਾ ਪੰਜਾਬੀ, ਉਹਨਾਂ ਦਾ ਬੱਸ ਚੱਲੇ, ਕੈਨੇਡਾ ਅਮਰੀਕਾ ਇੰਗਲੈਂਡ ਬੈਠੇ, ਆਸਟ੍ਰੇਲੀਆ ਨਿਊਜ਼ੀਲੈਂਡ, ਉਹਨਾਂ ਦਾ ਬੱਸ ਚੱਲੇ ਤਾਂ ਉਹ ਇੱਥੇ ਪਹੁੰਚੇ ਵੇ ਹੋਣ। ਸੋ ਏਡੀ ਵੱਡੀ ਇੱਕ ਤਾਕਤ ਤੁਹਾਡੇ ਪਿੱਛੇ ਖੜੀ ਆ। ਸਾਰਾ ਮੀਡੀਆ, ਸਾਰੇ ਮੇਰੇ ਦੁਨੀਆ ਭਰ ਦੇ ਪੰਜਾਬੀ ਵੀਰ ਜਿਵੇਂ ਵੀ ਯੋਗਦਾਨ ਪਾ ਸਕਦੇ ਆ ਪਾ ਰਹੇ ਆ। ਹਰਿਆਣੇ ਦੇ ਸਾਡੇ ਵੀਰ ਉਹ ਸ਼ੇਰ ਭਰਾ ਬਣ ਕੇ, ਜਦੋਂ ਭਰਾ ਦੇ ਕੋਈ ਬਿਪਤਾ ਕੋਈ ਆਫਤ ਪਵੇ ਤਾਂ ਛੋਟਾ ਛਾਤੀ ਤਾਣ ਕੇ ਸਾਹਮਣੇ ਖੜਦਾ। ਹਰਿਆਣੇ ਵਾਲੇ ਖੜੇ ਆ ਛਾਤੀ ਤਾਣ ਕੇ, ਏਕਾ ਰੱਖਿਓ, ਬਸ ਏਕੇ ਵਿੱਚ ਜਿੱਤ ਹੈ। ਇੰਨੀ ਕਿ ਮੇਰੀ ਹਾਜ਼ਰੀ ਕਬੂਲਿਓ। ਮੇਰੇ ਨਾਲ ਅੱਜ ਪੰਜਾਬ ਦੀ ਜਿਹੜੀ ਲੋਕ ਗਾਇਕੀ ਉਹਦੇ ਵਿੱਚ ਅਕਸਰ ਪਿਛਲੇ 40-50-60 ਸਾਲਾਂ ਤੋਂ ਤੁਸੀਂ ਨਾਂ ਸੁਣਦੇ ਹੋ, ਸਰਦਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ ਉਹ ਵੀ ਆਏ ਨੇ, ਉਹਨਾਂ ਦੀ ਵੀ ਹਾਜ਼ਰੀ ਕਬੂਲਿਓ। ਅਸੀਂ ਸਟਾਲਨ ਵੀਰ ਹਮੇਸ਼ਾ ਜਿਹੜੇ ਪੰਜਾਬ ਦੇ ਪਿੰਡਾਂ ਦੀ ਪੰਜਾਬੀਅਤ ਦੀ ਹਮੇਸ਼ਾ ਗੱਲ ਕੀਤੀ, ਆਪਣੇ ਗੀਤਾਂ ਦੇ ਵਿੱਚ ਪ੍ਰਗਟ ਸਿੰਘ ਲਿਧੜਾ ਬਾਈ ਜੀ, ਉਹਨਾਂ ਦਾ ਬੇਟਾ ਸਟਾਲਨ ਵੀਰ, ਮੇਰਾ ਬੇਟਾ ਆਕਾਸ਼, ਅਸੀਂ ਸਾਰੇ ਪਹੁੰਚੇ ਆ ਤੁਹਾਡੇ ਨਾਲ। ਦੋ ਬੋਲ ਮੈਨੂੰ ਯਾਦ ਤੋਂ ਮੈਂ ਟਾਈਮ ਬਹੁਤ ਲੈ ਲਿਆ, ਮੈਂ ਦੋ ਬੋਲ ਜ਼ਰੂਰ ਬੋਲਣਾ ਚਾਹਣਾ ਕਿਉਂਕਿ ਕਿ ਮੈਂ ਗਾਇਕ ਹਾਂ। ਮੈਨੂੰ ਲੱਗਦਾ ਕਿ ਮੇਰੀ ਗਾਇਕੀ ਹੈ ਜਿਹੜੀ ਉਹ ਹਾਜ਼ਰੀ ਫੇਰ ਹਾਜ਼ਰੀ ਹੋਊ ਜੇ ਮੈਂ ਦੋ ਬੋਲ ਗੀਤ ਦੇ ਬੋਲ ਸਕਾਂ। ਨੀਓ ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ,
ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ ਨੀਓ ਕਾਫਲੇ ਤੂਫਾਨਾਂ ਵਾਂਗੂ ਚੜੇ ਆਉਂਦੇ ਨੇ ਅੱਕੇ ਹੋਏ ਰੋ ਨਾਲ ਭਰੇ ਆਉਂਦੇ ਨੇ ਨੀ ਮਹਿਲਾਂ ਵਿੱਚੋਂ ਨਿਕਲ ਕੇ ਤੂੰ ਤੱਕ ਦਿੱਲੀਏ ਨੀ ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ ਇਹ ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ ਇਹ ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ ਤੇ 6-6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਇੱਕ ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ ਤੇ 6-6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਨੀ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਨੀ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਇਹ ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ ਇਹ ਮੁੜਦੇ ਨਹੀਂ ਲਏ ਬਿਨਾ ਹੱਕ ਦਿੱਲੀਏ बहुत मेहरबानी, मैं बहुत टाइम ले लिया।